ਜੀ अस्सलाम वालेकुम। मैं नज़र अब्बास लंदन ਤੋਂ। ਅੱਛਾ ਜੀ, ਗੱਲ ਇਸ ਤਰ੍ਹਾਂ ਸਰ ਜੀ ਕਿ ਕਾਫੀ ਸਾਰੀ ਸ਼ਾਵਾਂ ਨੇ, ਬਹੁਤ ਸਾਰੀਆਂ ਸ਼ਾਵਾਂ ਨੇ। ਫੈਸਲਾਬਾਦ ਦੇ ਵਿੱਚ ਸਫਾਈ ਸ਼ੁਰੂ ਹੋਈ ਦੀ ਹੈ, ਉੱਤੇ ਜ਼ਿਕਰ ਕਰਾਂਗਾ ਪੰਜਾਬੀ 'ਚ ਇਸ ਲਈ ਗੱਲ ਕਰ ਰਿਹਾ ਕਿ ਫੈਸਲਾਬਾਦ ਦਾ ਰੌਲਾ ਹੈ। ਫੈਸਲਾਬਾਦ ਵਿੱਚ ਸਫਾਈ ਹੋਈ ਹੈ, ਬਾਜ਼ਾਰ ਵੱਡੇ ਕਰਤੇ ਨੇ ਉਹਨਾਂ ਨੇ, ਤੇ ਬੋਰਡ ਸ਼ੋਰ ਵੀ ਲੱਗੇ ਨੇ। ਫਿਰ ਪੀਕਾ ਦਾ ਕਾਨੂੰਨ ਹੈ ਜਿਹੜਾ ਉਹਨਾਂ ਨੇ ਜ਼ੁਬਾਨਬੰਦੀ ਕੀਤੀ ਹੈ। ਜਿਹੜੇ ਪੰਜਾਬੀ ਸਮਝਣ ਵਾਲੇ ਉਹਨਾਂ ਆਸਾਨੀ ਵਾਸਤੇ ਜਿਹੜਾ ਵਟਸਐਪ ਜਿਹੜੀਆਂ ਸ਼ਾਵਾਂ ਜੇ ਫੋਨ 'ਤੇ ਤੁਸੀਂ ਆਪਸ 'ਚ ਗੁਫ਼ਤਗੂ ਨਹੀਂ ਕਰਦੇ, ਗੱਪਸ਼ਪ ਕਰਦੇ, ਇੱਕ ਦੂਜੇ ਵੀਡੀਓ ਸ਼ੀਡੀਓ ਭੇਜਦੇ, ਉਸ 'ਤੇ ਪਾਬੰਦੀ ਲੱਗ ਗਈ, ਉਹਨੂੰ ਫੜ ਕੇ ਬੰਦੇ ਅੰਦਰ ਕਰ ਦੇਣਗੇ ਜਿਹੜਾ ਬੰਦਾ ਇਹ ਕਰੇਗਾ। ਇਸ ਕਿਸਮ ਦਾ ਕਾਨੂੰਨ ਪੀਕਾ ਕਾਨੂੰਨ ਦੀ ਪੀਕਾ ਦਾ ਲਾਅ, ਉਹਦੇ ਵਿੱਚ ਸਹਾਫੀਆਂ ਨੇ ਜਾ ਕੇ ਪਾਰਲੀਮੈਂਟ ਦਾ ਘਿਰਾਓ ਕੀਤਾ। ਅਮਰੀਕਾ ਤੋਂ ਜਰਨੈਲਾਂ ਦੀ ਪਾਬੰਦੀਆਂ ਦੀਆਂ ਖਬਰਾਂ ਆ ਰਹੀਆਂ ਨੇ, ਤੇ ਮੇਹਰ ਬੁਖਾਰੀ ਨੇ ਇੱਕ ਸ਼ੋਸ਼ਾ ਛੱਡਿਆ ਸੀ ਜੀ ਕਿ ਕਾਨੂੰਨ ਦਾ ਕੀ ਕਰਨਾ, ਕਾਨੂੰਨ ਦੀ ਅਮਲਦਾਰੀ ਦਾ ਕੀ ਰੋਲ ਹੈ, ਉਹ 'ਤੇ ਵੀ ਗੱਲ ਕਰਾਂਗੇ। ਤਰਸੀਲਾਤ ਦਾ ਬਾਈਕਾਟ ਜਿਹੜਾ ਬੜਾ ਜ਼ਰੂਰੀ ਹੈ। ਸਾਡੇ ਪਿੰਡ ਥਾਵਾਂ ਦੇ ਜਿਹੜੇ ਬਹਿਣ ਵਾਲੇ ਲੋਕੀ ਨੇ, ਉਹਨਾਂ ਨੂੰ ਆਪਣੇ YBG ਵਾਸਤੇ ਵੀ ਭੈਣਾਂ ਭਰਾਵਾਂ ਦੀ ਇਮਦਾਦ ਦੀ ਜ਼ਰੂਰਤ ਪੈਂਦੀ ਹੈ, ਖਾਦ ਖੂਦ ਵਾਸਤੇ ਵੀ ਜ਼ਰੂਰਤ ਪੈਂਦੀ ਹੈ। ਉਹ ਬੜੀ ਇੰਪੋਰਟੈਂਟ ਚੀਜ਼ ਹੈ, ਬੜੀ ਖਾਸ ਗੱਲ, ਉਹ 'ਤੇ ਵੀ ਗੱਲ ਕਰਨੀ ਹੈ। ਵਿਲਸਨ ਸਾਹਿਬ ਨੇ ਜੀ, ਕੋਈ ਸੈਨੇਟਰ ਨੇ ਅਮਰੀਕਾ ਦੇ, ਕਾਂਗਰਸਮੈਨ ਨੇ, ਉੱਥੇ ਦੇ ਜਿਹੜੀ ਪਾਰਲੀਮੈਂਟ ਦੇ ਮੈਂਬਰ ਨੇ, ਉਹਨਾਂ ਨੇ ਕਿਹਾ ਜੀ ਕਿ ਪਾਬੰਦੀਆਂ ਲਾ ਦਿਓ ਜਰਨੈਲਾਂ ਤੋਂ, ਉੱਤੇ ਵੀ ਗੱਲ ਕਰਾਂਗੇ। ਫੈਸਲਾਬਾਦ ਤੋਂ ਸਟਾਰਟ ਕਰਦੇ ਹਾਂ ਸਰ ਫੈਸਲਾਬਾਦ ਦੀ ਪੋਜੀਸ਼ਨ ਇਹ ਹੈ ਕਿ ਫੈਸਲਾਬਾਦ ਦੀ ਵੀਡੀਓ ਦੇਖੀ ਮੈਂ ਹੈਰਾਨ ਹੋ ਗਿਆ। ਐਸੀ ਸ਼ਾਨਦਾਰ ਕਿਸਮ ਦੀ ਹਕੂਮਤ ਆਈ ਹੈ। ਉਹਨਾਂ ਨੇ ਪਹਿਲੇ ਤਾਂ ਸਫਾਈ ਕੀਤੀ, ਪਹਿਲੇ ਤਾਂ ਲੋਕਾਂ ਦਾ ਕਾਰੋਬਾਰ ਚੁੱਕ ਕੇ ਬਾਹਰ ਲੈ ਗਏ ਬਗੈਰ ਕਿਸੇ ਵਾਰਨਿੰਗ ਤੋਂ। ਪਹਿਲੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਬਿਜਲੀਆਂ ਦੀ ਤਾਰਾਂ ਦਿੱਤੀਆਂ, ਬਿਜਲੀ ਦੇ ਕਨੈਕਸ਼ਨ ਦਿੱਤੇ, ਜਿਨ੍ਹਾਂ ਨੇ ਇਜਾਜ਼ਤ ਲੈ ਕੇ, ਉਹਨਾਂ ਕੋਲ ਠੇਕੇ ਲੈ ਕੇ, ਪੈਸੇ ਲੈ ਕੇ ਉਹਨਾਂ ਨੂੰ ਥਾਂ ਵਧਾਉਣ ਦੀ ਜਗ੍ਹਾ ਦਿੱਤੀ, ਉਹਨਾਂ ਨੂੰ ਸਾਰਿਆਂ ਨੂੰ ਮਾਫ ਕਰਤਾ। ਇਹਨਾਂ ਵਿਚਾਰ ਨੇ ਚੁੱਕ ਕੇ ਉਹਨੇ ਜਾ ਕੇ ਬਾਹਰ ਛੱਡ ਦਿੱਤਾ। ਹੁਣ ਇੱਕ ਬੰਦੇ ਕੋਲੋਂ ਪਤਾ ਲੱਗਾ ਜੀ ਕਿ ਉਹਨੇ ਕਿਹਾ ਜੀ ਮੈਨੂੰ ਨਾ 3 ਦੁਕਾਨਾਂ ਸੀ ਮੇਰੀਆਂ, ਉਹ ਸਾਰੀਆਂ ਭੰਨ ਦਿੱਤੀਆਂ, ਮੈਨੂੰ ਕਹਿੰਦੇ ਰੇਹੜੀ ਲਾ ਲਾ, ਤੇ ਉੱਤੇ ਇਹਨਾਂ ਮਰੀਮ ਦੀ ਫੋਟੋ ਵੀ ਹੋਏਗੀ। ਇੱਕ ਰੇਹੜੀ ਦੀ ਇਜਾਜ਼ਤ ਮਿਲ ਗਈ ਮੈਨੂੰ, ਤੇ ਨਾਲ ਮਰੀਮ ਦੀ ਫੋਟੋ। ਅੱਛਾ, ਇਹ ਵੀਡੀਓ ਤੁਸੀਂ ਦੇਖ ਰਹੇ ਹੋ ਨਾ, ਜਿਹਦੇ ਇਹਦੇ ਤੁਸੀਂ ਇੱਕ ਚੀਜ਼ ਨੋਟ ਕਰੋ ਜੇ ਕਿ ਜਿਹੜਾ ਸਾਈਨ ਬੋਰਡ ਨੇ ਨਾ ਵੱਡੇ ਉੱਤੇ ਲੱਗੇ ਹੁੰਦੇ, ਜਿਹਨਾਂ ਤੇ ਨਾਂ ਨੂੰ ਲਿਖੇ ਹੁੰਦੇ ਨੇ, ਉਹ ਹੁਣ ਇੱਕ ਹਰੇ ਔਰ ਸਫੈਦ ਰੰਗ ਦਾ, ਚਿੱਟੇ ਦੇ ਹਰੇ ਰੰਗ ਦਾ ਉਹਨਾਂ ਨੇ ਬੋਰਡ ਬਣਾਇਆ ਨੇ। ਇੱਕੋ ਜਿਹੇ ਬੋਰਡ ਬਣਾਉਣ ਡਏ ਨੇ। ਇਹ ਰੰਗ ਕਿਹੜੇ ਨੇ? ਇਹ ਰੰਗ ਸਰ ਮੁਸਲਿਮ ਲੀਗ ਨੂਨ ਦਾ ਆਪਣੇ ਰੰਗ ਨੇ। ਇਹ ਆਪਣੇ ਰੰਗ 'ਚ ਚਾਹੁੰਦੇ ਕੌਮ ਰੰਗੀ ਜਾਏਗੀ ਇਹਨਾਂ ਦੇ ਰੰਗ ਦੇ ਮੁਝੇ ਰੰਗ ਦੇ ਆਪਣੇ ਰੰਗ 'ਚ ਰੰਗ ਰਹੇ ਨੇ ਇਸ ਕੌਮ ਨੂੰ। ਬਹਰਹਾਲ ਜੀ, ਇਹ ਤੇ ਰੰਗਬਾਜ਼ੀਆਂ ਦੇ ਫੈਸਲਾਬਾਦ ਤੋਂ ਕਾਰੋਬਾਰੀ ਲੋਕੀ ਇਹ ਕਹਿ ਰਹੇ ਨੇ ਕਿ ਜੀ ਸਿਰਫ ਹੁਣ ਇਹਨਾਂ 8 ਬਾਜ਼ਾਰਾਂ ਸਿਰਫ ਸੈਰ ਸਪਾਟਾ ਹੋ ਸਕਦਾ, ਕਿ ਇਹਨਾਂ ਦੇ ਹੋਰ ਕੁਝ ਨਹੀਂ ਹੋ ਸਕਦਾ। ਤੇ ਜਿਹੜੇ ਬਾਹਰ ਲੋਕੀ ਆਉਂਦੇ ਨੇ, ਉਹ ਕਿੱਥੇ ਖਲੋਂਦੇ ਨੇ, ਕਿੰਝ ਖਲੋਂਦੇ ਨੇ, ਕਿੱਦਾਂ ਕਾਰੋਬਾਰ ਹੋਏਗਾ, ਕਿਸ ਨੂੰ ਇਸ ਗੱਲ ਦਾ ਪਤਾ। ਪੀਕਾ ਕਾਨੂੰਨ ਤੇ ਆ ਜਾਂਦੇ ਸਰ ਪੀਕਾ ਕਾਨੂੰਨ ਦਾ ਹੁਣ ਰੌਲਾ ਬਣਿਆ ਕਿ ਸਹਾਫੀਆਂ ਨੂੰ ਜਦੋਂ ਲੱਗੀ ਨਾ ਅੱਗ, ਆਪਣੇ ਘਰ ਤੱਕ ਪਹੁੰਚੀ ਹੈ, ਤੇ ਇਹਨਾਂ ਨੂੰ ਆ ਗਈ ਹੁਣ ਹੋਸ਼ ਆਉਣ ਡਏ ਨੇ। ਹੁਣ ਇਹ ਖੱਪ ਪਾਣੀ ਸ਼ੁਰੂ ਕਰਤੀ ਹੈ। ਜਦੋਂ ਤੱਕ PTI ਨੂੰ ਗਾਲਾਂ ਲਿੱਤਰ ਪੈ ਰਹੇ ਸਨ, ਸੋਸ਼ਲ ਮੀਡੀਆ ਦੇ ਜਿਹੜੇ ਬੰਦੇ ਬੈਠੇ ਵਿਚਾਰੇ ਫੋਨਾਂ ਨਾਲ ਖੇਡਦੇ ਨੇ, ਜਿਹੜੇ ਬੱਚੇ ਖੇਡਦੇ ਨੇ, ਜਾਂ ਫੋਨ ਤੇ ਕਿਸੇ ਨੇ ਗੱਲ ਕਰ ਲਈ, ਜਾਂ ਕਿਸੇ ਨੇ ਫੋਟੋ ਭੇਜਤੀ, ਸ਼ੁਗਲ ਮੇਲਾ ਆਪਣਾ ਕੁਛ ਨੇ ਕਰ ਲਿਆ, ਤੇ ਮਰੀਮ ਹੱਥ ਘੁੱਟ ਕੇ ਲੋਕਾਂ ਦੇ ਹੱਥ ਮਿਲਾਵੇ, ਉਹਦਾ ਅਗਰ ਕੋਈ ਸ਼ੁਗਲ ਬਣਾ ਲਿਆ, ਕਿਉਂਕਿ ਸਾਡਾ ਕਲਚਰ ਨਹੀਂ ਹੈ, ਉਹਦਾ ਕਿਸੇ ਨੇ ਸ਼ੁਗਲ ਬਣਾਤਾ, ਉਹਨੂੰ ਫੜ ਲਿਆ। ਗਰੁੱਪ ਹੁੰਦੇ ਨੇ WhatsApp ਤੇ, ਗਰੁੱਪ ਮਤਲਬ ਮੈਂ ਗਰੁੱਪ ਬਣਾਇਆ, 4-5 ਬੰਦੇ ਮੈਂ ਯਾਰ ਤੋਂ ਸਾਈਡ ਕਰ ਰਿਹਾ, ਉਸ ਗਰੁੱਪ 'ਚ ਕਿਸੇ ਨੇ ਵੀ ਸ਼ੇਅਰ ਕਰਤਾ, ਮੈਨੂੰ ਫੜ ਕੇ ਲੈ ਜਾਣਗੇ, ਤੇ ਪੁੱਛਣ ਵਾਲਾ ਵੀ ਕੋਈ ਨਹੀਂ। ਤੇ ਉਹਦੇ ਵਾਸਤੇ ਹੁਣ ਸਹਾਫੀਆਂ ਨੂੰ ਲੱਗੀ ਅੱਗ, ਤੇ ਸਹਾਫੀ ਜਦੋਂ ਸਹਾਫੀਆਂ ਤੇ ਸੇਕ ਪਹੁੰਚਿਆ, ਇਹ ਨਿਕਲ ਕੇ ਬਾਹਰ, ਹੁਣ ਨਿਕਲ ਕੇ ਪਹੁੰਚੇ ਨਹੀਂ ਪਾਰਲੀਮੈਂਟ ਦੇ ਬਾਹਰ, ਤੇ ਪਾਰਲੀਮੈਂਟ ਦੇ ਬਾਹਰ ਚੀਕਦੇ ਫਿਰਦੇ ਨੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਹੁਣ ਚੀਕਣ ਡਏ ਹੋ, ਅਗਰ ਤੁਸੀਂ ਟਾਈਮ ਸਿਰ ਚੀਕਦੇ ਤਾਂ ਕੋਈ ਫਾਇਦਾ ਹੋ ਜਾਂਦਾ। ਤੇ ਇਸ ਤੋਂ ਗੱਲ ਨਹੀਂ ਸੀ ਆਪਣੀ, ਇਸ ਤੋਂ ਗੱਲ ਇਸ ਲਈ ਆਪਣੀ ਕਿ ਤੁਸੀਂ ਬਿਲਕੁਲ ਚੁੱਪ-ਚੁਪੀਤੇ ਬੈਠੇ ਸੋ। ਹੁਣ ਇਹ ਹੈ ਕਿ ਜਿਹੜੇ ਸਹਾਫੀ, ਜਿਹੜੇ ਚੈਨਲ ਮਾਲਕਾਂ ਨੇ, ਜਿਹੜਾ ਬਿਜ਼ਨਸ ਕਰਨ ਡਏ ਨੇ, ਜਿਹੜਾ ਕਾਰੋਬਾਰ ਕਰਨ, ਪੈਸਾ ਬਣਾਉਣ, ਤੁਸੀਂ ਹਰਾਮ ਦਾ ਪੈਸਾ ਨਾ ਖਾਓ, ਲੋਕਾਂ ਦੇ ਜ਼ੁਲਮ ਜ਼ਿਆਦਤੀ ਦਾ ਪੈਸਾ ਨਾ ਖਾਓ। ਤੇ ਇਸ ਮੁਹਿੰਮ ਦੇ ਵਿੱਚ ਜਿਹੜਾ ਨਾ ਉਹ ਪਾਕਿਸਤਾਨੀ ਆਵਾਮ ਦੇ ਨਾਲ ਤੁਹਾਨੂੰ ਸ਼ਰੀਕ ਹੋਣਾ ਚਾਹੀਦਾ। ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਇਹ ਬੜੀ ਖਾਸ ਗੱਲ ਹੈ, ਇਹ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਤੁਹਾਡਾ ਤੇ ਮੇਰਾ ਮਸਲਾ, ਇਹ ਆਮ ਬੰਦੇ ਦਾ ਮਸਲਾ। ਦੇਖੋ, ਜਿਹੜੀ ਅੱਗ ਇਸ ਵੇਲੇ ਪਾਕਿਸਤਾਨ ਲੱਗੀ ਹੈ ਨਾ, ਇਹ ਬਚਣਾ ਕਿਸੇ ਨੇ ਵੀ ਨਹੀਂ। ਇਹ ਤੇ ਭੁੱਲ ਹੀ ਜਾਓ ਕਿ ਗੁਆਂਢੀਆਂ ਦੇ ਘਰ ਜਾ ਕੇ ਲੱਗੀ ਹੈ, ਤੇ ਮੇਰੇ ਘਰ ਨੂੰ ਕੁਛ ਨਹੀਂ ਹੋਣਾ, ਇਹ ਹੋਣਾ ਹੀ ਹੋਣਾ, ਤੁਹਾਡੇ ਘਰ ਸੇਕ ਆਉਣਾ ਹੀ ਆਉਣਾ। ਹੋ ਸਕਦਾ ਤੁਸੀਂ ਅਗਰ ਸਿਆਣੇ ਹੋਗੇ ਤੇ ਤੁਹਾਡਾ ਘਰ ਨੂੰ ਅੱਗ ਲੱਗਣ ਤੋਂ ਪਹਿਲੇ ਸੇਕ ਪਹੁੰਚਣ ਡਿਆ, ਉਹਨੂੰ ਬੁਝਾ ਦਿਓ। ਬਹਿ ਕੇ ਵੇਟ ਨਾ ਕਰੋ ਕਿ ਸੇਕ ਸਾਡੇ ਸੇਕ ਹੀ ਹੈ, ਸਾਡੇ ਕੋਲ ਅੱਗ ਆ ਰਹੀ ਹੈ। ਆਹਿਸਤਾ ਤੁਸੀਂ ਵੀ ਉੱਥੇ ਕਰੋਗੇ। ਇੱਕ ਜ਼ਾਲਮ ਦਾ ਇੱਕ ਸਟਾਈਲ ਹੈ, ਜ਼ੁਲਮ ਕਰਨ ਵਾਲੇ ਬੰਦੇ ਦਾ ਇੱਕ ਤਰੀਕਾ ਵਾਰਦਾਤ ਹੁੰਦਾ। ਜਿੰਨੀ ਤੁਸੀਂ ਬਰਦਾਸ਼ਤ ਕਰਦੇ ਜਾਓ, ਉਹ ਵਧਾਉਂਦਾ ਜਾਂਦਾ, ਜਿੰਨੀ ਬਰਦਾਸ਼ਤ ਕਰਦੇ ਜਾਓ, ਵਧਾਉਂਦਾ ਜਾਂਦਾ। ਇੱਕ ਟਾਈਮ ਆਉਂਦਾ ਕਿ ਤੁਸੀਂ ਮਰਨ ਵਾਲੇ ਹੋ ਜਾਂਦੇ ਹੋ, ਤੁਹਾਨੂੰ ਕੰਧ ਨਾਲ ਲਾ ਦੇਣੇ। ਇਸ ਲਈ ਉਹ ਅੰਗਰੇਜ਼ੀ ਦਾ ਇੱਕ ਮੁਹਾਵਰਾ, ਇਫ ਯੂ ਡੋਂਟ ਸਟੈਂਡ ਫॉर ਸਮਥਿੰਗ ਯੂ ਫਾਲ ਫॉर ਐਵਰੀਥਿੰਗ। ਮੈਂ ਕਾਫੀ ਦਫਾ ਗੱਲ ਕੀਤੀ, ਤੁਸੀਂ ਇੱਕ ਚੀਜ਼ ਵਾਸਤੇ ਨਹੀਂ ਖਲੋਂਦੇ ਨਾ, ਤੁਸੀਂ ਹਰ ਪਾਸੇ ਫਿਰ ਮਿੰਨਤਾਂ ਤਰਲੇ ਹੀ ਹੁੰਦੇ ਤੁਹਾਡੇ। ਤੁਸੀਂ ਖਲੋਣਾ ਸਿੱਖੋ, ਆਪਣੇ ਪੈਰਾਂ ਤੇ ਖਲੋਣਾ ਸਿੱਖੋ। ਅਗਰ ਤੁਸੀਂ ਕਿਸੇ ਸ਼ੈ ਵਾਸਤੇ ਨਹੀਂ ਖਲੋਵੋਗੇ ਤਾਂ ਸਾਰੀ ਜ਼ਿੰਦਗੀ ਮਿੰਨਤਾਂ ਤਰਲੇ ਡਿੱਗਦੇ ਰਹੋਗੇ, ਤੇ ਕੰਪਰੋਮਾਈਜ਼ ਕਰਦੇ ਰਹੋਗੇ। ਅੱਛਾ ਚੱਲ ਇੱਦਾਂ ਕਰ ਰਿਹਾ, ਅੱਛਾ ਚੱਲ ਉੱਦਾਂ ਕਰਨਾ, ਇੱਦਾਂ ਚੱਕਰ ਹੈ ਨਹੀਂ। ਪਾਕਿਸਤਾਨ ਦੀ ਕਹਾਣੀ ਇਸ ਤੋਂ ਅੱਗੇ ਨਿਕਲ ਗਈ ਹੈ। ਅੱਛਾ ਚਲੋ ਮਿਲ ਜੁਲ ਕੇ ਕਰ ਲਾਂਗੇ, 4 ਬੰਦੇ ਚੱਲ। ਹੁਣ
ਮਿਸਾਲ ਦੇ ਤੌਰ ਤੇ ਕਹਿੰਦੇ ਜੀ ਮਿਲ ਜੁਲ ਕੇ ਹੁਕੂਮਤ ਚਲਾਓ, ਵੀ ਤੁਸੀਂ ਸਾਰੇ ਮਿਲ ਜੁਲ ਕੇ ਚਲਾਉਣ ਤੇ ਡਏ, ਹੋਰ ਕੀ ਲੈਣਾ ਜੇ? ਇੱਕ ਪੀਟੀਆਈ ਬਾਹਰ ਆ, ਤੁਸੀਂ ਸਾਰੇ ਇੱਕ ਪਾਸੇ ਹੋ ਤੇ ਚਲਾਓ, ਨਹੀਂ ਚੱਲਦੀ। ਤੋ ਇਹ ਜਿਹੜਾ ਨਾ ਇਸ ਚੀਜ਼ ਦਾ ਤੁਸੀਂ ਆਪਣਾ ਖਲੋਣਾ ਸਿੱਖੋ, ਸਾਨੂੰ ਖਲੋਣ ਦੀ ਜ਼ਰੂਰਤ ਹੈ, ਸਾਨੂੰ ਖਲੋਣਾ ਸਿੱਖਣਾ ਚਾਹੀਦਾ। ਅੱਛਾ ਜੀ, ਅਮਰੀਕਾ ਦੇ ਵਿੱਚ ਜੋ ਵਿਲਸਨ ਨਾਮੀ ਕੋਈ ਇੱਕ ਉਹਨਾਂ ਦਾ ਪਾਰਲੀਮੈਂਟ ਦਾ ਮੈਂਬਰ ਆ, ਉਹਨਾਂ ਦੀ ਕਾਂਗਰਸ ਹੁੰਦੀ ਹੈ, ਜਿਵੇਂ ਸਾਡੀ ਐਮਐਨਏ ਐਮਪੀ ਹੁੰਦੀ, ਉਹਨਾਂ ਦੀ ਕਾਂਗਰਸ ਹੁੰਦੀ ਹੈ, ਸੈਨੇਟ ਹੁੰਦੀ ਹੈ ਉਹਨਾਂ ਦੀ। ਉਹਨਾਂ ਵਿੱਚੋਂ ਇੱਕ ਬੰਦਾ ਜੋ ਵਿਲਸਨ, ਉਹਨੇ ਇੱਕ ਕੰਮ ਪਾਇਆ। ਪਹਿਲੇ ਤਾਂ ਉਹਨੇ ਕਿਹਾ ਜੀ ਇਮਰਾਨ ਖਾਨ ਛੱਡੋ, ਫਰੀ ਇਮਰਾਨ ਖਾਨ। ਉਹਨੇ ਚੰਗੀ ਭਲੀ ਖੱਪ ਪਾਈ, ਉਹਨੇ ਟਵੀਟਾਂ ਵੀ ਕੀਤੀਆਂ, ਉਹਨੇ ਖੁਦ ਵੀ ਉਹਨੇ ਵਜ਼ੀਰ ਆਜ਼ਮ ਨੂੰ ਖਤ ਲਿਖਤਾ, ਸਾਡੇ ਨੂੰ ਚੀਫ ਆਫ ਆਰਮੀ ਸਟਾਫ ਨੂੰ ਵੀ ਖਤ ਲਿਖ ਦਿੱਤਾ। ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਜਿਹੜਾ ਗੰਦ ਪਾਇਆ ਨਾ, ਇਹ ਠੀਕ ਨਹੀਂ ਹੈ। ਇਮਰਾਨ ਖਾਨ ਦੇ ਜੋ ਜ਼ੁਲਮ ਜ਼ਿਆਦਤੀਆਂ ਕਰ ਰਹੇ ਹੋ, ਉਹਨੇ ਕਿਹਾ ਜੀ ਮੈਨੂੰ ਤੇ ਜ਼ਾਤੀ ਤੌਰ ਤੇ ਭਾਵੇਂ ਉਹਦੇ ਨਾਲ ਖਿਲਾਫ ਹੋਏਗਾ, ਲੇਕਿਨ ਇਹ ਕੋਈ ਤਰੀਕਾ ਨਹੀਂ ਹੈਗਾ, ਜੇ ਮੁਕਾਬਲਾ ਕਰਨਾ ਤਾਂ ਇਲੈਕਸ਼ਨਾਂ 'ਚ ਕਰੋ। ਇਹ ਉਹਨੇ ਖਤ ਲਿਖਿਆ ਇਹਨਾਂ ਦੇ ਚੀਫ ਆਫ ਆਰਮੀ ਸਟਾਫ ਨੂੰ, ਸਾਡੇ ਲਿਖਿਆ ਨਾ, ਵਜ਼ੀਰ ਆਜ਼ਮ ਨੂੰ ਲਿਖਿਆ, ਸਦਰ ਨੂੰ ਲਿਖਿਆ। ਹੁਣ ਉਹਨੇ ਕੀ ਕੰਮ ਕੀਤਾ, ਉਹਨੇ ਉਹੀ ਖਤ ਜਿਹੜਾ ਸੀ ਨਾ, ਉਹ ਸਾਡੇ ਜੋ ਉਹਨੂੰ ਟਰੰਪ ਨੂੰ ਵੀ ਲਿਖ ਦਿੱਤਾ, ਆਪਣੇ ਸਦਰ ਨੂੰ ਵੀ ਲਿਖ ਦਿੱਤਾ। ਹੁਣ ਇਹ ਕੰਮ ਇਹ ਕਰ ਰਿਹਾ, ਇਸ ਚੀਜ਼ ਤੇ ਕੰਮ ਕਰ ਰਿਹਾ, ਤੁਸੀਂ ਖਬਰਾਂ ਸੁਣ ਲਈਆਂ ਹੋਣੀਆਂ ਨੇ। ਇਸ ਚੀਜ਼ ਤੇ ਕੰਮ ਇਹ ਹੋ ਰਿਹਾ ਕਿ ਹੁਣ ਜਿਹੜਾ ਨਾ ਪਾਕਿਸਤਾਨ ਤੇ ਪਾਬੰਦੀਆਂ ਨਾ ਲਾਏ। ਬਾਹਰਲੇ ਮੁਲਕ ਜਿਹੜੇ ਬੈਠੇ ਪਾਕਿਸਤਾਨੀ ਨੇ, ਉਹਨਾਂ ਨੂੰ ਪਾਕਿਸਤਾਨ ਦਾ ਪਿਆਰ ਆ, ਉਹਨਾਂ ਦੀ ਪਾਕਿਸਤਾਨ ਨਾਲ ਮੁਹੱਬਤ ਆ। ਉਹ ਇਸ ਮੁਹੱਬਤ ਨੂੰ ਤਕਾਜ਼ਾ ਕਰਦੀ ਹੈ, ਚਾਹੁੰਦੇ ਨੇ ਕਿ ਜੀ ਪਾਬੰਦੀਆਂ ਲੱਗਣ ਤੇ ਉਹਨਾਂ ਪਾਕਿਸਤਾਨ ਤੇ ਨਾ ਲੱਗਣ, ਪਾਕਿਸਤਾਨ ਦੀ ਇਮਦਾਦ ਬੰਦ ਨਾ ਹੋਵੇ, ਪਾਕਿਸਤਾਨ ਦੇ ਗਰੀਬ ਆਵਾਮ ਦੀ ਖਿਦਮਤ ਜਿੰਨੇ ਉਸ ਤਰ੍ਹਾਂ ਜਾਰੀ, ਲੇਕਿਨ ਪਾਬੰਦੀਆਂ ਲੱਗਣ ਕਿਹਨਾਂ ਤੇ? ਉਹਨਾਂ ਬਗੈਰਤਾਂ ਤੇ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਮੁਲਕ ਜਿਹੜਾ ਹੈ ਇਸ ਮੁਕਾਮ ਤੇ ਪੜ ਗਿਆ ਕਿ ਹੁਣ ਅੱਗੇ ਕੁਝ ਹੋ ਨਹੀਂ ਸਕਦਾ ਪਿਆ, ਅੱਗੇ ਤੁਰ ਨਹੀਂ ਰਿਹਾ। ਉਹਦੇ ਵਾਸਤੇ ਉਹਨਾਂ ਨੇ ਉਹ ਕੰਮ ਕਰ ਰਿਹਾ, ਔਰ ਉਹ ਪਾਬੰਦੀਆਂ ਲੱਗਦੀਆਂ ਨਹੀਂ ਲੱਗਦੀਆਂ ਤਾਂ ਬਾਅਦ ਦੀ ਗੱਲ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਹਰ ਪਾਸੇ ਖੱਪ ਪਈ ਹੈ। ਤੁਹਾਨੂੰ ਮੈਨੂੰ ਦੱਸਣ ਦਾ ਮਤਲਬ ਹੈ ਕਿ ਤੁਸੀਂ ਦਿਲ ਛੋਟਾ ਨਾ ਕਰੋ ਕਿ ਜੀ ਕੁਝ ਨਹੀਂ ਹੋਣਾ, ਪਤਾ ਨਹੀਂ ਬਣੇਗਾ ਨਹੀਂ ਬਣੇਗਾ। ਕੰਮ ਚੱਲਦਾ ਪਿਆ, ਕੰਮ ਤੁਰਦਾ ਪਿਆ। ਅੱਜ ਮੈਂ ਇੱਕ ਇਮਰਾਨ ਰਿਆਜ਼ ਦੀ ਛੋਟੀ ਜਿਹੀ ਮੈਂ ਸਰਸਰੀ ਜੀ ਗੱਲ ਕਰਦਾ। ਇਮਰਾਨ ਰਿਆਜ਼ ਨੇ ਗੱਲ ਕੀਤੀ, ਗੱਲ ਬੜੀ ਪੀੜੀ ਕੀਤੀ। ਉਹਨੇ ਇੱਕ ਇੰਟਰਵਿਊ 'ਚ ਕਿਹਾ, ਉਹਨੇ ਕਿਹਾ ਜੀ ਇਹ 25 ਸਾਲ ਇਹ ਅਗਲੇ 25 ਸਾਲ ਵੀ ਜੰਗ ਚੱਲਣੀ, ਮੁਕੱਦਸ ਜੰਗ ਹੈ, ਤੇ ਅਗਲੇ 25 ਸਾਲ ਵੀ ਲੜਾਂਗੇ। ਤੇ ਇਹ ਮੁਕੱਦਸ ਜੰਗ ਹੈ, ਅੱਛਾਈ ਔਰ ਬੁਰਾਈ, ਅਮਰ ਬਿਲ ਮਾਰੂਫ ਨਹੀਂ ਮੁਨਕਰ ਦੀ ਜੰਗ ਹੈ। ਇਹ ਅੱਛਾਈ ਔਰ ਬੁਰਾਈ ਦੀ ਜੰਗ ਹੈ। ਇਸ ਜੰਗ ਚੋਂ ਅਸੀਂ ਦੁਨੀਆ ਦੇ ਵਿੱਚ ਵੀ ਔਰ ਆਖਰਤ ਦੇ ਵਿੱਚ ਵੀ ਕਾਮਯਾਬੀ ਹਾਸਲ ਕਰਨੀ, ਔਰ ਜਾਰੀ ਰਹਿਣੀ, ਅਸੀਂ ਲੜਦੇ ਰਹਿਣਾ। ਬਹਰਹਾਲ ਜੀ, ਇਹ ਚੀਜ਼ਾਂ ਹੋ ਰਹੀਆਂ, ਅਮਰੀਕਾ ਦੇ ਵਿੱਚ ਹੋ ਰਹੀਆਂ। ਅੱਛਾ, ਇੱਕ ਸਾਫੀ ਨੇ, ਇਹ ਸਾਡੀ ਮੇਹਰ ਬੁਖਾਰੀ ਭੈਣ ਹੈ, ਸਾਡੀ ਸਾਫੀ ਹੈ, ਕਾਸ਼ਿਫ ਬਾਸੀ ਸਾਹਿਬ ਦੀ ਜ਼ਾਹਿਰ ਬੇਗਮ ਹੈ, ਤੇ ਸਾਰੇ ਸਾਫੀਆਂ ਦੀ ਪਾਕਿਸਤਾਨ ਦੀ ਭੈਣ ਹੈ, ਸਾਡੀ ਧੀ ਹੈ। ਅਜੀਬੋ ਗਰੀਬ ਵੀ ਗੱਲ ਕਰਦੇ ਨੇ, ਯਾਨੀ ਤੁਸੀਂ ਦੇਖ ਲਓ ਕਿ ਇਹਨਾਂ ਲੋਕਾਂ ਦੇ ਦਿਮਾਗ ਕਿੱਥੇ ਕੰਮ ਕਰਦੇ ਨੇ। ਉਹਨੇ ਇੱਕ ਇੰਟਰਵਿਊ ਦੇ ਵਿੱਚ ਉਹ ਕਹਿ ਰਹੀ ਹੈ ਕਿ ਤੁਸੀਂ ਜਿਹੜਾ ਕਾਨੂੰਨ ਦੀ ਅਮਲਦਾਰੀ ਦੇ ਕੀ ਕਰ ਲਓਗੇ ਅਮਲਦਾਰੀ ਕਰਕੇ। ਉਹਨੂੰ ਪਤਾ ਹੀ ਨਹੀਂ ਹੈ ਕਿ ਕਾਨੂੰਨ ਦੀ ਅਮਲਦਾਰੀ ਔਰ ਮੁਲਕ ਦੀ ਤਰੱਕੀ, ਇਹ ਦੋਵੇਂ ਸ਼ੈਵਾਂ ਜੁੜੀਆਂ ਨੇ। ਇਹ ਕੋਈ ਵੱਖਰੀਆਂ ਸ਼ੈਵਾਂ ਨਹੀਂ ਆਈਆਂ ਕਿ ਇਹਨੂੰ ਤੁਸੀਂ ਇੱਕ ਵੱਖਰੀ ਸ਼ੈ ਨੂੰ ਕੱਢ ਕੇ ਸੁੱਟ ਦਿਓ। ਨਹੀਂ, ਤੁਸੀਂ ਕਾਨੂੰਨ ਦੀ ਅਮਲਦਾਰੀ ਨੂੰ ਕੱਢ ਕੇ ਸੁੱਟ ਦਿਓ, ਮੁਲਕ ਤਰੱਕੀ ਨਹੀਂ ਕਰ ਸਕਦਾ। ਤੁਸੀਂ ਕੋਈ ਸ਼ਹਿਰ ਰੱਖ ਨਹੀਂ ਸਕਦੇ। ਯਾਨੀ ਚੋਰ ਨੂੰ ਚੋਰੀ ਕਰਨ ਤੇ ਅਗਰ ਨਹੀਂ ਫੜੋਗੇ ਤਾਂ ਤੁਸੀਂ ਕੀ ਐਕਸਪੈਕਟ ਕਰਦੇ ਜੇ? ਤੁਹਾਨੂੰ ਕੀ ਲੱਗਦਾ ਤੁਹਾਡੇ ਘਰ 'ਚ ਕੋਈ ਸਮਾਨ ਬਚ ਜਾਏਗਾ? ਤੁਸੀਂ ਕੋਈ ਹੋਰ ਕੰਮ ਕਰਨ ਜੋਗੇ ਹੋਵੋਗੇ ਜੇ ਚੋਰ ਘਰ 'ਚ ਵੜ ਜਾਏਗਾ, ਚੋਰੀਆਂ ਕਰੇਗਾ? ਨਹੀਂ, ਕਾਨੂੰਨ ਦੀ ਅਮਲਦਾਰੀ ਜਿਹੜੀ ਹੈ ਨਾ, ਉਹ ਪਹਿਲਾ ਕਦਮ ਹੈ। ਔਰ ਸਾਫੀਆਂ ਨੂੰ ਵੀ ਮਿਹਰ ਬੁਖਾਰੀ ਦੀ ਜਿਹੜੀ ਗੱਲ ਹੈ, ਮੈਂ ਸਾਰੇ ਸਾਫੀ ਵਾਸਤੇ ਕਰ ਰਿਹਾ ਕਿ ਸਾਰੇ ਸਾਫੀਆਂ ਨੂੰ ਚਾਹੀਦਾ ਕਿ ਸੋਚਣਾ ਚਾਹੀਦਾ ਕਿ ਇਹ ਅਸੀਂ ਕਰ ਕੀ ਰਹੇ ਹਾਂ, ਅਸੀਂ ਕਿਹੜੇ ਪਾਸੇ ਜਾ ਰਹੇ ਹਾਂ। ਅਸੀਂ ਜਿਹੜੀ ਗੱਲ ਕਰਨੀ ਉਹ ਤੇ ਕਰ ਨਹੀਂ ਰਹੇ। ਉਹ ਹੋ ਸਕਦਾ ਕਾਸ਼ਿਫ ਬਾਸੀ ਸਾਹਿਬ ਨੂੰ ਉਹਨਾਂ ਨੇ ਆਫ ਏਅਰ ਕੀਤਾ, ਉਹਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਹੈ, ਤੇ ਇਹਨੇ ਬੀਬੀ ਨੇ ਸੋਚਿਆ ਕਿ ਚਲੋ ਮੈਂ ਇੱਦਾਂ ਦੀ ਕੋਈ ਗੱਲ ਕਰ ਲਾਂਗੇ ਤੇ ਸ਼ਾਇਦ ਮੇਰੇ ਬੰਦੇ ਨੂੰ ਵਾਪਸ ਆ ਜਾਏਗਾ। ਜ਼ਾਹਿਰ ਰੋਟੀ ਪਾਣੀ ਤਨਖਾਹਾਂ ਦਾ ਮਸਲੇ ਵੀ ਹੁੰਦੇ ਨੇ, ਲੇਕਿਨ ਇੱਕ ਚੀਜ਼ ਸੋਚੋ, ਰਾਜ਼ਕ ਰੱਬ ਦੀ ਜ਼ਾਤ ਹੈ, ਉਹਨੇ ਰਿਜ਼ਕ ਦੇਣਾ, ਉਹਨੇ ਵਾਅਦਾ ਕਰ ਲਿਆ, ਉਹਨੇ ਦੇਣਾ। ਜ਼ਿੰਦਗੀ ਮੌਤ ਉਹਨੇ ਦੇਣੀ ਹੈ, ਇੱਜ਼ਤ ਤੁਹਾਨੂੰ ਸ਼ੋਹਰਤ ਉਹਨੇ ਦੇਣੀ ਹੈ। ਤੇ ਜਦੋਂ ਸਾਰਾ ਕੁਝ ਉਹਦੇ ਵੱਲੋਂ, ਇਹ ਚੀਜ਼ਾਂ ਉਹਦੇ ਵੱਲੋਂ, ਤਾਂ ਫਿਰ ਤੁਹਾਨੂੰ ਪਰੇਸ਼ਾਨੀ ਕਿਸ ਗੱਲ ਦੀ ਹੈ? ਕਿਉਂ ਰੋਲਾ ਪਿੱਟਾ ਪਾਇਆ? ਅਸੀਂ ਵੀ ਤੇ ਬੈਠੇ ਨੇ ਚੀਕਣ ਡਏ ਹਾਂ, ਸਾਡਾ ਕੀ ਲੈਣਾ ਦੇਣਾ? ਅਸੀਂ 4-4 5-5 ਘੰਟੇ ਬਾਹਰ ਬੈਠੇ, ਮੇਰੇ ਵਰਗੇ ਛੋਟੇ ਵਲੌਗਰ ਤੇ ਟਵਿੱਟਰ ਇੱਕ ਕਾਹਦੇ ਵਾਸਤੇ ਬੈਠੇ? ਆਵਾਜ਼ ਉਠਾਉਣ ਵਾਸਤੇ, ਦੱਸਣ ਵਾਸਤੇ ਕਿ ਅਸੀਂ ਪਾਕਿਸਤਾਨੀ ਹਜੇ ਜਿਉਂਦੇ ਹਾਂ, ਮਰੇ ਨਹੀਂ। ਅੱਛਾ ਜੀ, ਤਰਸੀਲਾਤ ਜ਼ਰ ਦਾ ਬਾਈਕਾਟ ਬੜਾ ਇੰਪੋਰਟੈਂਟ ਆ। ਆਖਰ 'ਚ ਮੈਂ ਗੱਲ ਕਰ ਰਿਹਾ, ਲੇਕਿਨ ਇਹ ਬਹੁਤ ਇੰਪੋਰਟੈਂਟ ਆ। ਪਾਕਿਸਤਾਨ ਦੇ ਸਾਰੇ ਪੰਜਾਬੀ ਜਿੰਨੇ ਮੇਰੀ ਗੱਲ ਸੁਣਦੇ ਪਏ ਨੇ, ਇਸ ਗੱਲ ਨੂੰ ਲਿਖ ਲਓ, ਪੱਲੇ ਬੰਨ ਲਓ, ਆਪਣੇ ਬੱਚਿਆਂ ਨੂੰ ਬਾਹਰ ਕਹਿ ਦਿਓ ਕਿ ਪੁੱਤਰ ਸਾਨੂੰ ਹਜੇ ਫਿਲਹਾਲ ਪੈਸੇ ਦੀ ਲੋੜ ਕੋਈ ਨਹੀਂ, ਅਸੀਂ ਗੁਜ਼ਾਰਾ ਕਰ ਲਾਂਗੇ, ਤੂੰ ਪੈਸੇ ਖਲੋ ਕੇ ਰੱਖੋ ਆਪਣੇ ਕੋਲ, 2-3 ਮਹੀਨੇ ਤੁਸੀਂ ਆਪਣੇ ਕੋਲ ਪੈਸੇ ਰੱਖਣੇ। ਇਹ ਜਿਹੜਾ ਸਾਰਾ ਪ੍ਰੈਸ਼ਰ ਪੈ ਰਿਹਾ ਨਾ ਖੱਬਿਓਂ ਸੱਜਿਓਂ, ਇਹਦਾ ਉਤੋਂ ਇਹ ਤਰਸੀਲਾਤ ਜ਼ਰ ਦਾ ਮਤਲਬ ਇਹ ਆ ਕਿ ਪੈਸੇ ਜਿਹੜੇ ਬਾਹਰੋਂ ਆਉਂਦੇ, ਸਾਨੂੰ ਜਿਹੜੇ ਸਾਡੇ ਮੁੰਡੇ ਸੀ ਬਾਹਰ ਇਕੱਲੇ, ਧੀ ਪੁੱਤਰ ਬਾਹਰ ਗਿਆ ਦਾ, ਉਹ ਬਾਹਰੋਂ ਪੈਸੇ ਭੇਜਦਾ ਸਾਨੂੰ। ਹਰ ਵੇਲੇ ਖਾਦ ਦੀ ਪਾਣੀ ਹੋਵੇ ਤਾਂ ਸਾਨੂੰ ਲੋੜ ਪੈ ਜਾਂਦੀ ਪੈਸਿਆਂ ਦੀ, ਕਟਾਈ ਦਾ ਮਸਲਾ ਹੋਵੇ, ਬਿਜਾਈ ਦਾ ਮਸਲਾ ਹੋਵੇ, ਪਾਣੀ ਦੇਣ ਦਾ ਮਸਲਾ ਹੋਵੇ, ਹਰ ਜਗ੍ਹਾ ਤੇ ਸਾਨੂੰ ਇਹਨਾਂ ਪੈਸਿਆਂ ਦੀ ਲੋੜ ਪੈਂਦੀ। ਘਰ ਰੋਜ਼ ਦਿਹਾੜੀ ਦੀ ਰੋਟੀ ਪਾਣੀ ਦੀ ਵੀ ਲੋੜ ਪੈਂਦੀ ਸਾਨੂੰ। ਤੇ ਉਹਦੇ ਵਾਸਤੇ ਇਹ ਹੈ ਕਿ ਸਰ ਇਹਨਾਂ ਨੂੰ ਅਸੀਂ ਸਾਰੀ ਹੌਸਲਾ ਦੇਣਾ, ਤੁਸੀਂ ਪਾਕਿਸਤਾਨ ਬੈਠੇ ਬੰਦਿਆਂ ਨੇ, ਕਿ ਤੁਸੀਂ ਪੁੱਤਰੋ ਪਰੇਸ਼ਾਨ ਨਹੀਂ ਹੋਣਾ,
2-3 ਮਹੀਨੇ ਅਸੀਂ ਕੱਢ ਲਾਂਗੇ, ਅਸੀਂ ਸਕੂਨ ਨਾਲ ਕੱਢ ਲਾਂਗੇ, ਤੁਸੀਂ ਪਰੇਸ਼ਾਨ ਨੇ, ਪੈਸੇ ਆਪਣੇ ਕੋਲ ਰੱਖੋ, ਇਕੱਠੇ ਆ ਜਾਣਗੇ, ਇੱਕ ਵਾਰੀ ਆ ਜਾਣਗੇ। ਜਾਂ ਕਿਸੇ ਹੋਰ ਤਰੀਕੇ ਨੂੰ ਭੇਜੋ, ਜਾਂ ਜਿਹੜਾ 100 ਭੇਜਦਾ ਉਹਨੂੰ ਕਹੋ ਜੀ ਤੂੰ 50 ਭੇਜ ਦੇ, ਜਿਹੜਾ 50 ਭੇਜਦਾ ਉਹਨੂੰ ਕਹੋ 25 ਭੇਜ ਦੇ, 25 ਨੂੰ ਕਹਿ ਦਿਓ ਭਾਈ ਤੂੰ 2.5 ਰੁਪਏ ਭੇਜ ਦੇ। ਸੋ ਬਹੁਤੇ ਨਾ ਭੇਜੋ। ਤੋ ਇਹਨਾਂ ਨੂੰ ਘਟਾਓਗੇ, ਇਹਦਾ ਮਤਲਬ ਕੀ ਹੋਏਗਾ? ਇਹਦਾ ਮਤਲਬ ਪ੍ਰੈਸ਼ਰ ਪੈ ਰਿਹਾ ਇਹਨਾਂ ਤੇ, ਇਹਨਾਂ ਨੂੰ ਅਹਿਸਾਸ ਹੋਏਗਾ ਪਾਕਿਸਤਾਨੀ ਕੌਮ ਨਫ਼ਰਤ ਕਿੰਨੀ ਕਰ। ਦੇਖੋ ਹੁੱਕਾ ਪਾਣੀ ਬੰਦ, ਜਿਹੜਾ ਇੱਕ ਟਰਮੀਨੋਲੋਜੀ, ਇੱਕ ਲਫ਼ਜ਼ ਹੁੰਦੇ, ਹੁੱਕਾ ਪਾਣੀ ਬੰਦ ਕਰ ਦਿਓ। ਜਿਹੜਾ ਬੰਦਾ ਬਹੁਤਾ ਬੋਲੇ ਹੁੱਕਾ ਪਾਣੀ ਬੰਦ ਕਰ ਦਿਓ। ਘਰ 'ਚ ਵੀ ਕਿਸੇ ਨਾਲ ਤੁਸੀਂ ਗੱਲ ਨਾ ਕਰੋ, ਉਹਦੀ ਮਾਂ ਮਰ ਜਾਂਦੀ, ਉਹ ਯਾਰ ਮੈਨੂੰ ਤਾਂ ਬੁਲਾਉਂਦਾ ਹੀ ਕੋਈ ਨਹੀਂ। ਇਹ ਜਿਹੜਾ ਤਰੀਕਾ ਹੈ ਨਾ, ਹੁੱਕਾ ਪਾਣੀ ਬੰਦ ਕਰ ਦੇਣਾ, ਤਰਸੀਲਾਂ ਤੇ ਜ਼ਰ ਬੰਦ ਕਰ ਦੇਣਾ, ਗੱਲ ਨਾ ਕਰਨਾ, ਇਹਨਾਂ ਦੇ ਨਾਲ ਪਿਆਰ ਨਾ ਕਰਨਾ, ਇਹਨਾਂ ਨਾਲ ਬੋਲਣਾ ਨਾ, ਵਿਆਹ ਸ਼ਾਦੀ ਬੰਦ ਕਰ ਦੇਣਾ, ਇਹ ਬੜਾ ਵੱਡਾ ਹਥਿਆਰ ਹੈ। ਇਸ ਤੋਂ ਵੱਡਾ ਹਥਿਆਰ ਕੋਈ ਹੋ ਨਹੀਂ ਸਕਦਾ। ਇਸ ਹਥਿਆਰ ਨੂੰ ਤੁਸੀਂ ਇਸਤੇਮਾਲ ਕਰਨਾ, ਕਿਉਂਕਿ ਅਸੀਂ ਬੇਬਸ ਮਜਬੂਰ ਲੋਕ ਹਾਂ। ਬੰਦੂਕਾਂ ਸਾਡੇ ਕੋਲ ਕੋਈ ਨਹੀਂ, ਟੈਂਕ ਸਾਡੇ ਕੋਲ ਕੋਈ ਨਹੀਂ, ਅਦਾਲਤ ਇਹਨਾਂ ਦੇ ਕੰਟਰੋਲ 'ਚ ਸਾਰਾ ਕੁਝ। ਅਸੀਂ ਮੂੰਹ ਤੇ ਬੰਦ ਕਰ ਸਕਦੇ ਨਾ, ਤੇ ਅਸੀਂ ਉਹ ਕਰਨਾ। ਤੋ ਇਹਨਾਂ ਸ਼ਾਵਾਂ ਤੇ ਪਲੀਜ਼ ਅਸੀਂ ਅਮਲ ਕਰਨਾ, ਮਿਹਰਬਾਨੀ ਤੁਹਾਡੀ। ਸੋ ਉਹਨਾਂ ਦਾ ਗਾਹੇ ਬਗਾਹੇ ਮੈਂ ਕੋਸ਼ਿਸ਼ ਕਰਾਂਗਾ, ਅੱਗੇ ਪਿੱਛੇ ਜਿਹੜਾ ਛੋਟਾ ਮਾੜਾ ਪੰਜਾਬੀ ਦੇ ਵਿੱਚ ਵੀ ਗੱਲ ਕਰਿਆ ਕਰਾਂ। ਮੈਂ ਤੁਹਾਨੂੰ ਅੱਗੇ ਵੀ ਜ਼ਿਕਰ ਕੀਤਾ, ਮੇਰਾ ਦਿਲ ਕਰਦਾ ਪੰਜਾਬੀ 'ਚ ਗੱਲ ਕਰਨ ਨੂੰ, ਲੇਕਿਨ ਇੱਦਾਂ ਹੀ ਹੋ ਜਾਂਦਾ ਸਿਲਸਿਲਾ। ਹੁਣ ਬਹਰਹਾਲ ਜਿੰਨੀ ਵੀ ਹੈ ਉਨੀ ਤੁਸੀਂ ਮੇਰੀ ਸੁਣ ਲਈ, ਤੁਹਾਡੀ ਬੜੀ ਮਿਹਰਬਾਨੀ। ਆਪਣਾ ਬਹੁਤ ਖਿਆਲ ਰੱਖਿਆ ਜੇ। ਅੱਲਾ ਹਾਫਿਜ਼।